Professor Jyotka, uh, I deliberately kept you as the last speaker because you have a very positive message to give. How can we institutionalize 1984, Professor Jyotka, in a manner that it becomes empowering and no longer leaves a lingering feeling that we are victims? Thank you very much. Thank you very much, Sikh Forum, for giving me this honor, asking me to speak on this platform. मैं भी कोशिश करूँगा पंजाबी च बोलण दी ਜਿਹੜਾ ਕੁਝ ਮੈਂ ਕਹਿਣਾ ਸੀ ਸਾਰਾ ਕੁਝ ਕਿਹਾ ਜਾ ਚੁੱਕਿਆ ਹੈ ਕਿਸੇ ਨਾ ਕਿਸੇ ਤਰੀਕੇ 'ਚ but I'll try to put it again in my own language as a social scientist. 8-10 ਮਿੰਟ ਬੋਲੂੰਗਾ, ਜ਼ਿਆਦਾ ਨਹੀਂ ਬੋਲੂੰਗਾ. I know now it's already 2 hours we've been sitting here. ਤੇ ਮੈਂ ਵੀ ਮਤਲਬ ਸਿੱਖ ਹੋਣ ਦੇ ਨਾਤੇ, ਇੰਡੀਅਨ ਹੋਣ ਦੇ ਨਾਤੇ ਬਾਕੀ ਹੋਰ ਇਸ਼ੂਜ਼ ਦੇ ਬਾਰੇ ਵੀ ਸੋਚੇ ਰਹੀਦਾ, ਫੀਲਡ ਵਰਕ ਹੀ ਕਰਦੇ ਹਾਂ, ਪੜ੍ਹਦੇ ਹਾਂ. These are issues that are very, very central to us, and at some level, something that has already been said, situation is very depressing, and things have not really gone our way. ਫੁਲਕਾ ਸਾਹਿਬ ਵਰਗੇ ਬੰਦੇ ਵੀ ਸਾਡੇ ਕੋਲ ਹੈਗੇ ਜਿਹੜੇ ਬਿਲਕੁਲ ਥੱਕਦੇ ਨਹੀਂ ਹੈਗੇ ਅਤੇ ਅਜੇ ਵੀ ਪੋਜ਼ੀਟਿਵ ਹੈਗੇ, ਅਸੀਂ ਕਰਕੇ ਦਿਖਾਵਾਂਗੇ, ਜਸਟਿਸ ਲੈ ਕੇ ਦਿਖਾਵਾਂਗੇ. ਪਰ ਫਿਰ ਵੀ ਸਾਨੂੰ ਲੱਗਦਾ ਵੀ ਹੈਗਾ ਕਿ ਹਾਂ ਜੀ ਇਹ ਅਸਰਸ਼ਨ ਗੱਲ ਤਾਂ ਠੀਕ ਹੈ ਕਿ 32 ਸਾਲ ਹੋ ਗਏ ਬੰਦੇ ਤਾਂ ਸਾਡੇ ਮਤਲਬ ਉਹ ਜਸਟਿਸ ਕੀ ਬਚਿਆ ਹੁਣ, ਮਤਲਬ 32 ਸਾਲ ਜਦੋਂ ਤੁਸੀਂ ਨਹੀਂ ਹੋਇਆ, HKL ਭਗਤ ਉਦੋਂ ਹੀ ਮਰ ਗਿਆ ਸੀਗਾ, ਬਾਕੀ ਵੀ ਹੁਣ ਬੁੜੇ ਹੋ ਗਏ, ਉਹਨੂੰ 5 ਸਾਲ ਵਾਸਤੇ ਜੇਲ੍ਹ 'ਚ ਪਾ ਵੀ ਦਿਓਗੇ ਤਾਂ ਕੀ ਫਰਕ ਪੈਣਾ, ਉਹ ਤਾਂ MP ਵੀ ਬਣ ਗਏ, ਮਿਨਿਸਟਰ ਵੀ ਬਣ ਗਏ, ਉਹਨਾਂ ਨੇ ਆਪਣੀਆਂ ਪ੍ਰੋਪਰਟੀਆਂ ਵੀ ਬਣਾ ਲਈਆਂ, ਕਾਹਦਾ ਜਸਟਿਸ ਹੈ ਜੀ. ਅਸੀਂ ਹੋਰ ਆਲੇ ਦੁਆਲੇ ਦੇਖਦੇ ਹਾਂ, ਸਾਨੂੰ ਹੋਰ ਵੀ ਸਿਨੀਸਿਜ਼ਮ ਹੁੰਦਾ ਹੈਗਾ ਕਿ ਭਾਈ ਹੋਰ ਬਾਕੀਆਂ ਦੇ ਨਾਲ ਵੀ ਇੱਦਾਂ ਹੀ ਹੋ ਰਿਹਾ, ਉਹ ਵੀ ਗੱਲ ਹੋ ਚੁੱਕੀ ਆ. ਅਸੀਂ ਗੁਜਰਾਤ ਦੇਖਿਆ, ਅਸੀਂ ਦਲਿਤਾਂ ਨੂੰ ਦੇਖ ਰਹੇ ਹਾਂ, ਅਸੀਂ ਟਰਾਈਬਲਸ ਨੂੰ ਦੇਖ ਰਹੇ ਹਾਂ, ਹਰਿਆਣੇ ਦੀ ਗੱਲ ਜਿਹੜੀ ਕੀਤੀ ਹੈ ਉਹ ਸਾਰੀ ਰਿਲੇਟਿਡ ਹੈਗੀ. ਇਹੀ ਗੱਲ ਜਿਹੜੀ ਹੈ ਨਾ, ਇਸੇ ਗੱਲ ਨੂੰ ਮੈਂ ਦੁਬਾਰਾ ਰਿਪੀਟ ਕਰਨ ਦੀ ਕੋਸ਼ਿਸ਼ ਕਰੂੰਗਾ. 84 ਜਿਹੜਾ ਸੀਗਾ ਉਹ ਇੱਕ ਬੜਾ ਇੰਪੋਰਟੈਂਟ ਈਅਰ ਸੀਗਾ. ਸਾਨੂੰ ਪਤਾ ਹੈਗਾ 84 'ਚ ਆਪਰੇਸ਼ਨ ਬਲੂ ਸਟਾਰ ਵੀ ਹੋਏਗਾ, ਉਸ ਤੋਂ ਪਹਿਲੇ ਖਾਲਿਸਤਾਨ ਮੂਵਮੈਂਟ ਵੀ ਸੀਗਾ, ਉਸ ਤੋਂ ਬਾਅਦ ਵੀ ਖਾਲਿਸਤਾਨ ਮੂਵਮੈਂਟ ਰਿਹਾ. ਸਿੱਖਾਂ ਦੀ ਇੱਕ ਨਵੀਂ ਆਈਡੈਂਟੀਟੀ ਨਿਕਲੀ ਉਸ ਤੋਂ ਬਾਅਦ, ਉਹਦੇ ਬਾਰੇ ਵੀ ਸਾਨੂੰ ਸੋਚਣਾ ਜ਼ਰੂਰੀ ਹੈਗਾ. ਅਤੇ ਉਹਦੇ ਵਿੱਚ ਵੀ ਇੱਕ ਕਿਸੇ ਨਾ ਕਿਸੇ ਤਰੀਕੇ ਇੱਕ ਲਾਰਜਰ ਕੌਨਟੈਕਸਟ ਦੇ ਵਿੱਚ ਜਿਹੜੀ ਇੱਕ 1984 ਤੋਂ ਬਾਅਦ ਜਾਂ ਖਾਲਿਸਤਾਨ ਮੂਵਮੈਂਟ ਤੋਂ ਬਾਅਦ ਜਿਹੜੇ ਹਿਸਾਬ ਨਾਲ ਸਿੱਖਾਂ ਨੇ ਆਪਣੇ ਬਾਰੇ ਸੋਚਣਾ ਸ਼ੁਰੂ ਕੀਤਾ, ਦੈਟ ਆਲਸੋ ਚੇਂਜਡ. ਸਿੱਖਾਂ ਦੇ ਬਾਰੇ ਦੂਜਿਆਂ ਨੇ ਸੋਚਣਾ ਸ਼ੁਰੂ ਕੀਤਾ, ਦੈਟ ਆਲਸੋ ਚੇਂਜਡ. ਉਹਦੇ 'ਚ ਇੱਕ ਸਿੱਖ ਖਾਸ ਤਰ੍ਹਾਂ ਦੀ ਮਾਰਕਡ ਮਾਈਨੋਰਿਟੀ ਬਣ ਕੇ ਸਾਹਮਣੇ ਆਏ. ਅਤੇ ਉਹਦੇ ਨਾਲ ਫਿਰ ਇੱਕ ਪ੍ਰੋਸੈਸ ਆਫ, ਜਿਹਨੂੰ ਅੰਗਰੇਜ਼ੀ 'ਚ ਅਸੀਂ ਕਨਸੈਪਚੁਅਲ ਲੈਂਗੁਏਜ ਅਦਰਿੰਗ ਕਹਿੰਦੇ ਹੈਗੇ, ਕਿ ਉਹ ਇੱਕ ਵੱਖਰੀ ਕੌਮ ਬਣ ਗਈ. ਅਤੇ ਇਹ ਜਿਹੜੀ ਹੈਗੀ ਇਮੈਜੀਨੇਸ਼ਨ ਸਿੱਖਾਂ ਦੇ ਵਾਸਤੇ ਜਿਹੜੀ ਹੈ ਇੱਕ ਨਵੀਂ ਗੱਲ ਸੀਗੀ. ਸਿੱਖ ਜਿਹੜਾ ਹੈਗਾ ਉਹ ਮਤਲਬ ਆਪਣੇ ਆਪ ਨੂੰ ਕਦੀ ਵੀ ਉਸ ਤਰ੍ਹਾਂ ਉਹਨਾਂ ਨੇ ਨਹੀਂ ਸਮਝਿਆ ਸੀਗਾ ਕਿ ਹਾਂ ਵੀ ਉਹ ਕੋਈ ਇਸ ਦੇਸ਼ ਦੇ ਮਾਈਨੋਰਿਟੀ ਕਮਿਊਨਿਟੀ ਹੈਗੇ. ਉਹ ਮੈਨੂੰ ਯਾਦ ਹੈ 1984 ਜਦੋਂ ਖਾਲਿਸਤਾਨ ਮੂਵਮੈਂਟ ਹੋਇਆ ਸੀਗਾ, ਮੈਂ ਪੰਜਾਬ 'ਚ ਰਹਿੰਦਾ ਸੀ, ਉਦੋਂ ਚੰਡੀਗੜ੍ਹ ਰਹਿੰਦਾ ਸੀਗਾ, ਅਤੇ ਸਭ ਤੋਂ ਵੱਡਾ ਜਿਹੜਾ ਗੁੱਸਾ ਹੁੰਦਾ ਸੀਗਾ ਸਿੱਖਾਂ ਨੂੰ ਕਿ ਸਾਨੂੰ ਕਿਵੇਂ, ਸਾਡੇ ਨਾਲ ਕਿਵੇਂ ਧੱਕਾ ਕਰ ਸਕਦੇ ਆ, ਅਸੀਂ ਤਾਂ ਦੇਸ਼ ਬਣਾਇਆ, ਅਸੀਂ ਤਾਂ ਲੜਾਈਆਂ ਲੜੀਆਂ ਦੇਸ਼ ਦੀਆਂ, ਸਾਡੇ ਤਾਂ ਸ਼ਹੀਦ ਹੋਏ ਬੰਦੇ. ਉਹ ਲੋਕ ਕਾਊਂਟ ਕਰਦੇ ਸੀ ਕਿ ਸਿੱਖਾਂ ਦੇ ਕਿੰਨੇ ਸ਼ਹੀਦ ਹੋਏ ਅਤੇ ਬਾਕੀਆਂ ਦੇ ਕਿੰਨੇ ਸ਼ਹੀਦ ਹੋਏ, ਕਿ ਕਿਹਦਾ ਦੇਸ਼ ਹੈਗਾ. ਹੂ ਕੈਨ ਕਾਲ ਸਿੱਖ ਅ ਮਾਈਨੋਰਿਟੀ, ਹਾਊ ਕੈਨ ਸਿੱਖ ਬੀ ਅ ਮਾਈਨੋਰਿਟੀ. ਵੀ ਆਰ ਨਾਟ ਜਸਟ ਇਕੁਅਲ ਸਿਟੀਜ਼ਨ, ਵੀ ਆਰ ਮੋਰ ਦੈਨ ਇਕੁਅਲ, ਐਂਡ ਦੈਟਸ ਹਾਊ ਵੀ ਸ਼ੁੱਡ ਬੀ ਟਰੀਟਿਡ. ਅਸੀਂ ਤਾਂ ਕਣਕ ਉਗਾਉਂਦੇ ਹਾਂ, ਸਾਡਾ ਜਿਹੜਾ ਤੁਸੀਂ ਆਪਣਾ ਜਿਹੜਾ ਸਟਾਕਸ ਦੇਖੋ ਵੀਟ ਦੇ, ਤੁਹਾਡੇ ਜਿਹੜੇ ਉਹ ਰਿਜ਼ਰਵ ਸਟਾਕਸ ਹੈਗੇ ਜਿਹਦੇ ਨਾਲ ਪਬਲਿਕ ਡਿਸਟਰੀਬਿਊਸ਼ਨ ਚਲਾਉਂਦੇ ਹੋ, ਰੋਟੀ ਅਸੀਂ ਤੁਹਾਨੂੰ ਦਿੰਦੇ ਹਾਂ, ਦੇਸ਼ ਅਸੀਂ ਤੁਹਾਡਾ ਬਚਾਉਂਦੇ ਹਾਂ, ਫਿਰ ਸਾਡੇ ਨਾਲ ਤੁਸੀਂ ਜ਼ੋਰ ਕਰਦੇ ਹੋ, ਸਾਨੂੰ ਤੁਸੀਂ ਮਾਈਨੋਰਿਟੀ ਬਣਾਉਂਦੇ ਹੋ. ਇੱਕ ਸਿੱਖ ਸਾਈਕੀ ਜਿਹੜੀ ਸੀਗੀ, ਉਹਦਾ ਇੱਕ ਆਪਣਾ ਕੌਨਫੀਡੈਂਸ ਸੀਗਾ, ਅਤੇ ਉਹ ਇੱਕ ਐਕਸੈਪਟੈਂਸ ਵੀ ਸੀਗੀ. ਜਿਵੇਂ ਉਹਨਾਂ ਨੇ ਗੱਲ ਕੀਤੀ ਕਿ ਸਿੱਖਾਂ ਦੇ ਅਗੇਂਸਟ ਥੋੜ੍ਹਾ ਜਿਹਾ ਹੋਇਆ, ਜਿਹੜੇ ਹਿਸਾਬ ਨਾਲ ਰਿਸਪੌਂਸ ਆਇਆ ਲਾਰਜਰ ਸਿਵਲ ਸੁਸਾਇਟੀ ਦਾ, ਉਹਨਾਂ ਨੂੰ ਹਿੰਦੂ ਵੀ ਕਹਿ ਲਓ ਤੁਸੀਂ ਭਾਵੇਂ, ਦੈਟ ਵਾਜ਼ ਵੈਰੀ ਡਿਫਰੈਂਟ ਫਰੋਮ ਅਦਰ ਕਮਿਊਨਿਟੀਜ਼. ਵਾਇਲੈਂਸ ਪਹਿਲੇ ਵੀ ਹੁੰਦੀ ਸੀਗੀ ਮੁਸਲਮਾਨਾਂ ਦੇ ਅਗੇਂਸਟ, ਪਰਟੀਕੂਲਰਲੀ ਅਜੇ ਵੀ ਹੁੰਦੀ ਹੈਗੀ, ਬੜੀ ਹੁੰਦੀ ਹੈਗੀ, ਐਵਰੀਡੇ ਵਾਇਲੈਂਸ ਵੀ ਹੁੰਦੀ. ਪਰ ਸਿੱਖਾਂ ਨੂੰ ਜਿਹੜਾ ਰਿਸਪੌਂਸ ਮਿਲਿਆ, ਬਿਕੋਜ਼ ਸਿੱਖਸ ਵਰ ਆਲਸੋ ਐਕਸੈਪਟਿਡ ਐਜ਼ not being other. So this was for the first time in the history of the Sikhs that they were marked. They were not seen as Indians. How can a Sikh not be an Indian? What else Sikh is? ਸਿੱਖਾਂ ਦਾ ਕੋਈ ਆਪਣਾ ਦੇਸ਼ ਤਾਂ ਹੈ ਨਹੀਂ ਗਾ, ਉਹ ਕਿੱਥੇ ਜਾਣਗੇ. ਦੇਸ਼ ਇੰਡੀਆ ਨੂੰ ਬਣਾਉਣ ਵਾਲੇ ਹੋਏ ਹੈਗੇ. ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਹੋਇਆ, ਜੋ ਤੁਹਾਡਾ ਦੇਸ਼ ਬਣਿਆ 1947 ਦੇ ਵਿੱਚ ਪਾਰਟੀਸ਼ਨ ਹੋਇਆ, ਸਭ ਤੋਂ ਜ਼ਿਆਦਾ ਐਜ਼ ਏ ਕੌਮ ਜਿਹਨਾਂ ਨੇ ਨੁਕਸਾਨ ਕੀਤਾ ਉਹ ਸਿੱਖਾਂ ਦਾ ਹੀ ਸੀਗਾ.
ਸਾਰੇ ਘਰ ਛੱਡ ਕੇ ਆ ਗਏ, ਸਾਰੇ ਜਿਹੜੇ ਦਿੱਲੀ ਦੇ ਸਿੱਖ ਹੈਗੇ ਇਹ ਕਿੱਥੋਂ ਆਏ, ਆਪਣਾ ਘਰ-ਬਾਰ ਛੱਡ ਕੇ ਹੀ ਆਏ ਸੀਗੇ, ਗਵਾ ਕੇ ਹੀ ਆਏ ਸੀਗੇ, ਉੱਥੇ ਰਹਿ ਸਕਦੇ ਸੀਗੇ, ਬਟ ਦੇ ਚੋਜ਼ ਟੂ ਬੀ ਪਾਰਟ ਆਫ ਇੰਡੀਆ। ਸੋ ਹਾਊ ਕੈਨ ਯੂ ਕਾਲ ਸਿੱਖਸ ਅ ਮਾਈਨੋਰਿਟੀ। ਹੁਣ ਜਿਹੜਾ ਹੈਗਾ 32 ਸਾਲਾਂ ਤੋਂ ਬਾਅਦ, ਕਿਉਂਕਿ ਟਾਈਮ ਬਹੁਤਾ ਜ਼ਿਆਦਾ ਨਹੀਂ ਹੈਗਾ, ਆਈਲ ਟਰਾਈ ਟੂ ਕਾਈਂਡ ਆਫ ਵਾਈਂਡ ਅਪ ਇਨ ਨੈਕਸਟ 4-5 ਮਿੰਟਸ। ਸਭ ਤੋਂ ਵੱਡੀ ਇੱਕ ਜਿਹੜੀ ਗੱਲ ਹੈਗੀ ਉਹ ਫੁਲਕਾ ਸਾਹਿਬ ਨੇ ਹੋਰਾਂ ਨੇ ਵੀ ਕਿਹਾ ਹੈਗਾ, ਜਿਹੜਾ ਕੰਪਲੀਟ ਐਬਸੈਂਸ ਆਫ ਜਸਟਿਸ। ਤੇ ਇਹ ਜਿਹੜਾ ਹੈਗਾ ਇੱਕ ਆਪਣੇ ਆਪ ਵਿੱਚ ਜਿਹੜਾ ਇਸ਼ੂ ਹੈਗਾ, we can never forget that, and that is something which is not simply confined to the Sikhs, but it's a larger question of India's democratic political culture. ਫਿਰ ਅਸੀਂ ਦੇਖਦੇ ਹਾਂ ਕਿ 1984 ਦੇ ਪੋਲੀਟੀਕਲ ਯੂਜ਼ ਵੀ ਬਹੁਤ ਹੁੰਦੇ ਹੈਗੇ। ਜਦੋਂ ਵੀ ਇਲੈਕਸ਼ਨ ਹੁੰਦੇ ਆ, ਕੋਈ ਗੁਜਰਾਤ ਦੀ ਗੱਲ ਕਰਦੇ ਆ 1984 ਦੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਆ, ਦੇਖੋ ਜੀ ਤੁਸੀਂ ਇਹ ਕੀਤਾ ਸੀਗਾ, ਅਸੀਂ ਇਹ ਕੀਤਾ ਤਾਂ ਤੁਸੀਂ ਵੀ ਇਹ ਕੀਤਾ ਸੀਗਾ, ਫਿਰ ਦੋਨੋਂ ਹੀ ਬਰਾਬਰ ਹੈਗੇ, ਉਹੀ ਗੱਲ ਹੀ ਨਾ ਕਰੋ ਤੁਸੀਂ, ਅਸੀਂ ਕੁਛ ਮਾੜਾ ਨਹੀਂ ਕੀਤਾ। ਸੋ 84 ਇਜ਼ ਆਲਸੋ ਅ ਵੈਰੀ ਯੂਜ਼ਫੁਲ ਈਵੈਂਟ ਫॉर ਪੋਲੀਟੀਕਲ ਇਲੀਟ, ਜਿਹੜੀ ਪੋਲੀਟੀਕਲ ਕਲਾਸ ਹੈਗੀ ਸਾਡੀ, ਉਹਦੇ ਬਾਰੇ ਵੀ ਮਤਲਬ ਕੀਤਾ ਜਾਂਦਾ ਹੈਗਾ। ਤੀਜੀ ਗੱਲ ਜਿਹੜੀ ਅਸੀਂ ਦੇਖਦੇ ਹਾਂ, ਅਜੇ ਵੀ ਜਿਹੜਾ ਇੱਕ ਸਾਡੇ ਸਾਹਮਣੇ ਬੈਠੇ, ਹੁਣ ਵੀ ਅਸੀਂ ਗੱਲ ਕੀਤੀ ਸੀਗੀ, ਬਹੁਤ ਮਾੜਾ ਵੀ ਲੱਗਦਾ ਹੈਗਾ, ਜਿਹੜੇ ਪ੍ਰੋਪਰ ਵਿਕਟਿਮ ਹੈਗੇ, ਦੋਜ਼ ਹੂ ਲੋਸਟ ਐਵਰੀਥਿੰਗ, ਗੱਲ ਕਰ ਰਹੇ ਸੀ ਕਿ 3 ਜਨਰੇਸ਼ਨਸ ਤੱਕ ਉਹਦਾ ਅਸਰ ਨਹੀਂ ਹੁੰਦਾ, ਅਜੇ ਵੀ ਉਸ ਨੂੰ ਸਫਰ ਕਰ ਰਹੇ ਨੇ। ਸਿਰਫ ਉਹੀ ਸਫਰ ਨਹੀਂ ਕਰ ਰਹੇ, ਹਰ ਸਿੱਖ ਸਫਰ ਕਰਦਾ ਹੈ। ਸਾਡੀ ਮੈਮੋਰੀ ਦੇ ਵਿੱਚ ਹੈਗਾ, ਅੱਜ ਅਸੀਂ ਇਕੱਠੇ ਬੈਠੇ ਹਾਂ, ਦਿਲ ਵਿੱਚ ਸਾਰਾ ਦਾ ਸਾਰਾ ਸਾਨੂੰ ਦੁਬਾਰਾ ਰਿਪੀਟ ਹੋ ਜਾਂਦਾ, 1 ਮਿੰਟ ਵੀ ਭੁੱਲ ਨਹੀਂ ਸਕਦੇ ਉਸ ਚੀਜ਼ ਨੂੰ। ਪਰ ਇੱਕ ਹੋਰ ਵੀ ਦੇਖਣਾ ਸਾਨੂੰ ਜ਼ਰੂਰੀ ਹੈਗਾ ਕਿ ਪੋਜ਼ੀਟਿਵਸ ਵੀ ਬਹੁਤ ਹੈਗੇ ਸਾਡੇ 32 ਸਾਲ ਦੇ ਵਿੱਚ। ਇਹੀ ਗੱਲ ਜਿਹੜੀ ਮੈਂ ਪਹਿਲੇ ਸ਼ੁਰੂ ਕੀਤੀ ਸੀਗੀ, ਸਿੱਖਾਂ ਦੀ ਇੱਕ ਆਪਣੀ ਆਈਡੈਂਟੀਟੀ ਇੱਕ ਖਾਸ ਤਰ੍ਹਾਂ ਇਵੋਲਵ ਹੋਈ ਸੀਗੀ, ਉਹ ਰਿਸੋਰਸ ਸਾਡੇ ਕੋਲ ਅਜੇ ਵੀ ਹੈਗਾ। ਤੇ ਉਹੀ ਗੱਲ ਹੈ ਕਿ ਮੈਨੂੰ ਯਾਦ ਹੈ ਇੱਕ ਵਾਰੀ ਟੈਲੀਵਿਜ਼ਨ ਤੇ ਬੈਠ ਕੇ ਫੁਲਕਾ ਸਾਹਿਬ ਨੂੰ ਕਿਸੇ ਨੇ ਕਹਿ ਦਿੱਤਾ ਵਿਕਟਿਮ, ਤਾਂ ਫੁਲਕਾ ਸਾਹਿਬ ਨੂੰ ਗੁੱਸਾ ਹੀ ਆ ਗਿਆ, ਓਏ ਸਾਨੂੰ ਵਿਕਟਿਮ ਨਾ ਕਹਿ ਦੀ, ਅਸੀਂ ਉਹ ਨਾ ਸਮਝੀ, ਸਾਨੂੰ ਉਹ ਨਹੀਂ ਕੁਛ ਹੈਗਾ, ਸਾਨੂੰ ਅਸੀਂ ਸੰਭਾਲਾਂਗੇ ਆਪਣੇ ਆਪ ਨੂੰ। ਇੱਕ ਹਿੰਮਤ ਹੈਗੀ, ਇੱਕ ਦਮ ਹੈਗਾ, ਤੇ ਦੈਟ ਇਜ਼ ਆਲਸੋ ਵੈਰੀ ਇੰਪੋਰਟੈਂਟ। ਤੇ ਦੇਖਿਆ ਜਾਏ, despite all these problems, negativities, as a community, Sikhs have moved on. And this is something that we must tell ourselves, and we should also tell others that we are not dependent on you. We have also moved on. And others doesn't mean that we should tell it to our friends, but our people who would want us to remain in the ghetto, that Sikhs have managed to move on. Socially they have moved on. Politically they have moved on. Economically they have moved on. And their pride, obviously there are issues, but at some level, in everyday life, people do think very positively about themselves. And ਇੱਕ ਜਿਹੜਾ ਵਿਕਟਿਮਹੁੱਡ ਦਾ ਟਰੈਪ ਹੈਗਾ, ਮੈਨੂੰ ਲੱਗਦਾ ਹੈ ਕਿਸੇ ਨਾ ਕਿਸੇ ਲੈਵਲ ਤੇ ਇਹ ਵੀ ਇੱਕ ਆਪਣੇ ਆਪ ਸਟੱਡੀ ਕਰਨ ਵਾਲੀ ਗੱਲ ਹੈਗੀ। ਸਿੱਖਸ ਹੈਵ ਬੀਨ ਏਬਲ ਟੂ ਐਸਕੇਪ ਦੈਟ। ਕਿਸੇ ਵੀ ਤਰੀਕੇ ਕੀਤਾ, ਤੁਸੀਂ ਅਲਾਇਨ ਕਰੋ ਇਸ ਪੋਲੀਟੀਕਲ ਫਾਰਮੇਸ਼ਨ ਦੇ ਨਾਲ, ਉਸ ਪੋਲੀਟੀਕਲ ਫਾਰਮੇਸ਼ਨ ਦੇ ਨਾਲ, ਤੁਸੀਂ ਸਾਰਿਆਂ ਪਾਸੋਂ ਮਿਲ ਮਿਲਾ ਕੇ ਜਦੋਂ ਆਪ ਸ਼ੁਰੂ ਹੋਈ ਪਾਰਟੀ, ਸਿੱਖਾਂ ਨੇ ਜਿਹੜੇ ਐਂਥੂਜ਼ੀਆਜ਼ਮ ਨਾਲ ਉਹਨਾਂ ਨੂੰ ਜੁਆਇਨ ਕੀਤਾ, ਸਭ ਤੋਂ ਅੱਗੇ ਆ ਕੇ ਸਭ ਤੇ ਜਲੂਸ ਅਸੀਂ ਕੱਢਾਂਗੇ, ਗੁਰਦੁਆਰੇ ਤੋਂ ਕੱਢਾਂਗੇ, ਇੱਕ ਇਨੀਸ਼ੀਏਟਿਵ ਜਿਹੜਾ ਹੈਗਾ ਸਿੱਖਾਂ ਦਾ, ਵਿਚ ਇਨ ਇਟਸੈਲਫ ਇਜ਼ ਵੈਰੀ ਵੈਰੀ ਇੰਪੋਰਟੈਂਟ ਥਿੰਗ। ਐਂਡ ਕਿਸੇ ਨਾ ਕਿਸੇ ਲੈਵਲ ਤੇ ਸਿੱਖਾਂ ਨੇ 1984 ਤੋਂ ਬਾਅਦ ਜਾਂ ਖਾਲਿਸਤਾਨ ਮੂਵਮੈਂਟ ਤੋਂ ਬਾਅਦ ਐਂਟੀ ਸਿੱਖ ਸੈਂਟੀਮੈਂਟ ਡਿਵੈਲਪ ਨਹੀਂ ਹੋਣ ਦਿੱਤਾ। ਹਾਲਾਂਕਿ ਤੁਸੀਂ ਕਈਆਂ ਨੂੰ ਕ੍ਰੈਡਿਟ ਦੇ ਸਕਦੇ ਹੋ, ਇਹਦਾ ਸਿੱਖਾਂ ਨੂੰ ਵੀ ਕ੍ਰੈਡਿਟ ਜਾਂਦਾ ਹੈ, ਸਿੱਖ ਲੀਡਰਸ਼ਿਪ ਨੂੰ ਕਿਸੇ ਨਾ ਕਿਸੇ ਲੈਵਲ ਤੇ ਪੋਜ਼ਿਟਿਵ ਕ੍ਰੈਡਿਟ ਜਾਂਦਾ ਕਿ ਉਹਨਾਂ ਨੇ ਐਂਟੀ ਸਿੱਖ ਸੈਂਟੀਮੈਂਟ ਕਿਧਰੇ ਦੁਬਾਰਾ ਡਿਵੈਲਪ ਨਹੀਂ ਹੋਣ ਦਿੱਤਾ। ਲੈਂਗੁਏਜ ਵੀ ਜਿਹੜੀ ਅੱਜ ਵੀ ਅਸੀਂ ਇੱਥੇ ਯੂਜ਼ ਕਰ ਰਹੇ ਹਾਂ, ਚਾਹੇ ਉਹ ਬਿਲਕੁਲ ਸਿੱਖਾਂ ਦੇ ਰਿਪਰੈਜ਼ੈਂਟੇਟਿਵ ਹੋਣ, ਉਹ ਸਾਰੇ ਸਿਟੀਜ਼ਨਸ਼ਿਪ ਦੀ ਗੱਲ ਕਰ ਰਹੇ ਆ, ਉਹ ਸਿਰਫ ਸਿੱਖਾਂ ਦੀ ਗੱਲ ਨਹੀਂ ਕਰ ਰਹੇ। ਵੇਅਰ ਡੂ ਵੀ ਗੋ ਫਰੋਮ ਹੇਅਰ, ਸਾਡੇ ਕੋਲ ਆਪਸ਼ਨਸ ਕੀ ਹੈਗੇ। ਫਾਈਨਲ ਮੇਰੀ ਗੱਲ ਹੈਗੀ ਜਿਹੜੀ 84 ਤੋਂ ਬਾਅਦ, ਇੱਕ ਜਿਹੜੀ ਗੱਲ ਇੱਥੇ ਵੀ ਗੱਲ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਕਹੀ ਸੀਗੀ ਕਿ ਸਾਨੂੰ ਕਹਿੰਦੇ ਲੋਕੀ ਭੁੱਲ ਜਾਓ। ਹੁਣ ਕਿਸੇ ਨਾ ਕਿਸੇ ਲੈਵਲ ਤੇ ਕਿਹਾ ਜਾ ਸਕਦਾ ਜਾਇਜ਼ ਵੀ ਬਣਦਾ, 32 ਸਾਲ ਹੋ ਗਏ ਹੁਣ, ਉਹ ਭੁੱਲ ਭੁਲਾ ਜੋ ਕਾਹਨੂੰ ਤੁਸੀਂ, ਹੁਣ ਤਾਂ ਤੁਹਾਡੇ ਅਗੇਂਸਟ ਕੁਛ ਨਹੀਂ ਹੈਗਾ। ਸਿੱਖਾਂ ਦੀ ਕੋਈ ਅੱਜ ਵੀ ਦੇਖੋ ਜਦੋਂ ਡੇਟਾ ਆਉਂਦਾ ਹਰ 10ਵੇਂ ਸਾਲ ਜਾਂ NSS ਦੇ ਡੇਟਾ ਆਉਂਦਾ, ਪਾਵਰਟੀ ਰੇਸ਼ੋ ਦੇਖੋ ਸਿੱਖਾਂ ਦੇ ਵਿੱਚ ਮਿਨੀਮਮ ਹੈਗੀ। ਵੈਸੇ ਤੁਸੀਂ ਦੇਖੋ ਇਕਨੋਮਿਕ ਇਨਕਮਸ ਦੇ ਹਿਸਾਬ ਨਾਲ ਸਿੱਖਸ ਆਰ ਐਟ ਦ ਟੌਪ, ਪਾਰਸੀ ਜੈਨ ਥੋੜ੍ਹੇ ਬਹੁਤੇ ਹੋਣਗੇ, ਬਟ ਜਿਹੜੀਆਂ ਮੇਨ ਕਮਿਊਨਿਟੀਜ਼ ਹੈਗੀ ਸਿੱਖਸ ਆਰ ਡੂਇੰਗ ਵੈਰੀ ਵੈਲ ਇਕਨੋਮਿਕਲੀ। ਤੁਹਾਡੇ ਪਾਪੂਲੇਸ਼ਨ ਗਰੋਥ ਰੇਟ ਦੇ ਹਿਸਾਬ ਨਾਲ ਵੀ ਦੇਖੋ, ਸੋਸ਼ਲ ਡਿਵੈਲਪਮੈਂਟ ਇੰਡੀਕੇਟਰਸ ਜਿਹਨੂੰ ਕਹਿੰਦੇ ਹੈਗੇ, ਸਾਨੂੰ ਕਹਿੰਦੇ ਤਾਂ ਹੈਗੇ ਕੁੜੀ ਮਾਰ ਹੈਗੇ, ਬਟ ਜਦੋਂ ਸਿੱਖਾਂ ਦੇ ਘਰ ਕੁੜੀ ਜੰਮ ਜਾਂਦੀ ਹੈਗੀ, ਚਾਂਸਿਸ ਆਫ ਏ ਗਰਲ ਬਿਕਮਿੰਗ ਏ ਗ੍ਰੈਜੂਏਟ ਇਜ਼ ਹਾਈਐਸਟ ਅਮੰਗ ਦ ਸਿੱਖਸ। ਤਾਂ ਇਹ ਨਹੀਂ ਗਾ ਕਿ ਸਿੱਖ ਆਪਣੀ ਕੁੜੀਆਂ, ਸੋ ਉਹ ਸਾਰੇ ਜਿਹੜੇ ਇੰਡੀਕੇਟਰਸ ਦੇ ਹਿਸਾਬ ਨਾਲ ਦੇਖਿਆ ਜਾਏ, ਸਿੱਖਸ ਆਰ ਡੂਇੰਗ ਵੈਲ ਇਨ ਇੰਡੀਆ। ਵਾਈ ਆਰ ਯੂ ਸਟਕ ਔਨ 84? ਉਹ ਜਿਹੜਾ ਹੈਗਾ ਦੈਟ ਇਜ਼ ਸਿੰਪਲੀ ਨੋਟ ਔਨ ਏਜੰਡਾ। 84 ਨੂੰ ਭੁੱਲਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ। ਅੱਜ ਤੋਂ 200 ਸਾਲ ਬਾਅਦ ਵੀ ਲੋਕ 84 ਨੂੰ ਯਾਦ ਰੱਖਣਗੇ, ਉਸ ਨੂੰ ਆਲਰੇਡੀ ਇਟਸ ਨਾਟ ਜਸਟ ਸੈਂਟੀਮੈਂਟਲੀ, ਐਂਡ ਵੀ ਸ਼ੁੱਡ ਨਾਟ ਫੋਰਗੇਟ ਇਟ।
ਕਿਉਂ ਨਹੀਂ ਭੁੱਲਣਾ? ਨਾਟ ਸਿਰਫ ਜਸਟ ਫॉर ourselves ਬਟ ਆਲਸੋ ਫॉर others। 84 ਕੈਨ ਨਾਟ ਬੀ ਐਂਡ ਸ਼ੁੱਡ ਨਾਟ ਬੀ ਫੋਰਗੋਟਨ। ਇਸ ਵਾਸਤੇ ਨਹੀਂ ਕਿ ਅਸੀਂ ਭੁੱਲਣਾ ਨਹੀਂ ਚਾਹੁੰਦੇ, ਇਸ ਵਾਸਤੇ ਕਿ ਉਹ ਰਿਪੀਟ ਨਾ ਹੋਏ, ਜਿਹੜੇ ਬਾਰੇ ਬਾਰ-ਬਾਰ ਗੱਲ ਵੀ ਕਈ ਲੋਕ ਕਰਦੇ ਹੈਗੇ ਫਿਲੋਸਫਰ। ਜਿਹੜਾ ਮੇਨ ਮੇਰਾ ਆਰਗੂਮੈਂਟ ਇੱਥੇ ਹੈਗਾ, ਜਿਹੜੀ ਗੱਲ ਇੱਥੇ ਹੋਈ ਆ, ਉਹ ਹੈ ਇੱਕ ਜਿਹੜਾ ਮਿਨੋਰਿਟੀ ਮੈਜੋਰਿਟੀ ਦਾ ਪੈਰਾਡਾਈਮ ਹੈਗਾ। ਸਿੱਖ ਇੰਡੀਆ ਦੇ ਵਿੱਚ ਹੁਣ ਇਸ ਟਾਈਮ ਲੈਸ ਦੈਨ 2% ਹੈ, 1.75% ਦੇ ਲਗਭਗ ਪਾਪੂਲੇਸ਼ਨ ਹੈਗੀ। ਕ੍ਰਿਸਚੀਅਨਸ ਤੋਂ ਬਾਅਦ ਹੈਗੀ ਸਿੱਖਾਂ ਦੀ ਪਾਪੂਲੇਸ਼ਨ। ਬਿਕੋਜ਼ ਸਿੱਖਸ ਆਰ ਇਕਨੋਮਿਕਲੀ ਡਿਵੈਲਪਡ, ਐਜੂਕੇਟਿਡ ਹੈਗੀ, ਸਿੱਖਾਂ ਦੀ ਪਾਪੂਲੇਸ਼ਨ ਗਰੋ ਵੀ ਨਹੀਂ ਕਰ ਰਹੀ। ਗਰੋਥ ਰੇਟ ਸਿੱਖਾਂ ਦੀ ਇਜ਼ ਵਨ ਆਫ ਦ ਲੋਐਸਟ ਇਨ ਦ ਕੰਟਰੀ। ਅਤੇ ਗਰੋ ਨਹੀਂ ਕਰਨਗੇ ਸਿੱਖ। ਬਾਕੀ ਜਿਹੜੇ ਕਮਿਊਨਿਟੀਜ਼ ਬੈਕਵਰਡ ਹੈਗੇ, ਮੁਸਲਿਮ ਜ਼ਿਆਦਾ ਗਰੋ ਕਰਦੇ ਇਸ ਵਾਸਤੇ ਕਿਉਂਕਿ ਉਹ ਮੁਸਲਮਾਨ ਹੈਗੇ, ਇਸ ਵਾਸਤੇ ਕਿਉਂਕਿ ਇਕਨੋਮਿਕਲੀ ਮੋਸਟ ਬੈਕਵਰਡ ਹੈਗੇ। ਮਿਡਲ ਕਲਾਸ ਮੁਸਲਿਮ ਦੀ ਫੈਮਿਲੀ ਸਾਈਜ਼ ਵੀ ਉੱਦਾਂ ਹੀ ਹੁੰਦਾ ਜਿਵੇਂ ਸਿੱਖਾਂ ਦਾ ਹੁੰਦਾ, ਪਰ ਸਿੱਖਾਂ ਦੇ ਵਿੱਚ ਕਿਉਂਕਿ ਪ੍ਰੋਸਪੈਰਿਟੀ ਜ਼ਿਆਦਾ ਹੈਗੀ, ਐਜੂਕੇਸ਼ਨ ਜ਼ਿਆਦਾ ਹੈਗੀ, ਉਹਨਾਂ ਦੀ ਪਾਪੂਲੇਸ਼ਨ ਇਨਕਰੀਜ਼ ਨਹੀਂ ਕਰ ਰਹੀ। ਡੈਮੋਗ੍ਰਾਫਿਕਲੀ ਵੀ ਆਰ ਸਟਕ ਐਟ ਅਰਾਊਂਡ 1.5 to 2% ਪਾਪੂਲੇਸ਼ਨ ਆਫ ਇੰਡੀਆ। ਅੱਛਾ, ਹੁਣ ਜਿਹੜਾ ਡੈਮੋਗ੍ਰਾਫਿਕ ਲੌਜਿਕ ਹੈਗਾ, ਉਸ ਦੇ ਹਿਸਾਬ ਨਾਲ ਇੱਕ ਨਵਾਂ ਫਰੇਮਵਰਕ 1947 ਤੋਂ ਬਾਅਦ ਬਣਿਆ, that there are minorities and there is a majority। ਇਹ ਇੱਕ ਸਭ ਤੋਂ ਵੱਡਾ ਡੇਂਜਰਸ ਫਰੇਮਵਰਕ ਹੈਗਾ ਜਿਹਦੇ ਬਾਰੇ ਵੀ ਨੀਡ ਟੂ ਬੀ ਕੇਅਰਫੁਲ। ਆਲ ਮਾਈਨੋਰਿਟੀਜ਼ ਨੀਡ ਟੂ ਬੀ ਕੇਅਰਫੁਲ। ਡੈਮੋਗ੍ਰਾਫਿਕ ਮਾਈਨੋਰਿਟੀਜ਼, ਇਹ ਡੈਮੋਗ੍ਰਾਫਿਕਸ ਨੂੰ ਆਈਡੈਂਟੀਟੀ ਬਣਾਉਣਾ ਪਹਿਲੀ ਵਾਰੀ ਇੰਡੀਆ ਦੇ ਵਿੱਚ ਕਲੋਨੀਅਲ ਰੂਲ ਦੇ ਦੌਰਾਨ ਹੋਇਆ ਸੀਗਾ। ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ 'ਤੇ ਰਾਜ ਕੀਤਾ ਸੀਗਾ। ਪੰਜਾਬ ਉਦੋਂ ਇਹ ਪੰਜਾਬ ਨਹੀਂ ਸੀਗਾ, ਪੰਜਾਬ ਕਾਫੀ ਵੱਡਾ ਇਲਾਕਾ ਸੀਗਾ। ਉਸ ਟਾਈਮ ਸਿੱਖਾਂ ਦੀ ਆਬਾਦੀ ਕਿੰਨੀ ਸੀਗੀ? ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਇਲਾਕਾ ਸੀਗਾ 5-6%, 7% ਹੋਣੀ ਹੈ ਮੈਕਸੀਮਮ, ਕਿਉਂਕਿ ਉਦੋਂ ਦੇ ਸੈਂਸਸ ਤੇ ਹੁੰਦੇ ਨਹੀਂ ਸੀਗੇ ਇਸ ਸਾਈਡ 'ਤੇ। ਹਾਲਾਂਕਿ ਸੈਂਸਸ ਸ਼ੁਰੂ ਹੋ ਚੁੱਕਿਆ ਸੀਗਾ, ਪਰ ਪੰਜਾਬ ਦਾ ਸੈਂਸਸ ਨਹੀਂ ਸੀ ਹੋਇਆ। ਪਰ ਜਿਹੜੀ ਆਬਾਦੀ ਸੀਗੀ ਸਿੱਖਾਂ ਦੀ 5 ਤੋਂ 7% ਦੇ ਵਿੱਚ ਸੀਗੀ। ਉਦੋਂ ਕੋਈ ਨਹੀਂ ਸੀ ਸੋਚਦਾ ਕਿਸੇ ਇੱਕ ਮਿਨੋਰਿਟੀ ਹੈਗੇ, ਰਾਜ ਕਰ ਰਹੇ ਸੀਗੇ। ਡੈਮੋਗ੍ਰਾਫਿਕਸ ਡੂ ਨਾਟ ਮੇਕ ਅਸ ਮਾਈਨੋਰਿਟੀ, ਆਈਡੈਂਟੀਫਿਕੇਸ਼ਨਸ ਮੇਕ ਅਸ ਮਾਈਨੋਰਿਟੀਜ਼। ਅੱਜ ਜਿਹੜਾ ਮਾਈਨੋਰਿਟੀ ਦਾ ਡਿਸਕੋਰਸ ਹੈਗਾ, ਉਹਦਾ ਸ਼ੁਰੂ ਕੀਤਾ ਗਿਆ ਹੈਗਾ ਨੇਸ਼ਨ ਸਟੇਟ ਦੇ ਨਾਲ। ਕਿਸੇ ਨਾ ਕਿਸੇ ਲੈਵਲ 'ਤੇ ਉਹਨੂੰ ਇਨੀਸ਼ੀਏਟ ਕਰਨ ਵਾਲਾ ਮੁਸਲਿਮ ਐਲੀਟ ਵੀ ਸੀਗਾ, ਉਹਨਾਂ ਦੇ ਆਪਣੇ ਇੰਟਰਸਟ ਸੀਗੇ। ਅਤੇ ਮਾਈਨੋਰਿਟੀ ਡਿਸਕੋਰਸ ਦਾ ਸਭ ਤੋਂ ਵੱਡਾ ਡਿਸਐਡਵਾਂਟੇਜ ਹੈਗਾ, ਇਟ ਪ੍ਰੋਡਿਊਸਿਸ ਅ ਡੈਮੋਗ੍ਰਾਫਿਕ ਮੈਜੋਰਿਟੀ। ਇੱਕ ਮੈਜੋਰਿਟੀ ਪ੍ਰੋਡਿਊਸ ਕਰਦੀ ਹੈ ਵਿਚ ਹਿਸਟੋਰੀਕਲੀ ਸੋਸ਼ੋਲੋਜੀਕਲੀ ਡਜ਼ਨਟ ਐਗਜ਼ਿਸਟ ਇਨ ਇੰਡੀਆ। ਇੰਡੀਆ ਦੇ ਵਿੱਚ ਕੋਈ ਮੈਜੋਰਿਟੀ ਨਹੀਂ ਹੈਗਾ। ਅੱਜ ਗੱਲ ਕਰ ਰਹੇ ਸੀਗੇ, ਦਲਿਤ ਵੀ ਹੈਗੇ, ਦਲਿਤ ਦੇ ਹਿਸਾਬ ਨਾਲ ਉਹ ਬਾਕੀ ਹੋਰ ਵੀ ਕਮਿਊਨਿਟੀਜ਼ ਹੈਗੀਆਂ, ਸ਼ੈਡਿਊਲਡ ਟਰਾਈਬਸ ਵੀ ਹੈਗੀਆਂ। ਫਿਰ ਤੁਹਾਡੇ ਰੀਜਨਲ ਡਿਫਰੈਂਸਿਸ ਜਿਹੜੇ ਹੈਗੇ, ਲਿੰਗੁਇਸਟਿਕ ਡਿਫਰੈਂਸਿਸ ਜਿਹੜੇ ਹੈਗੇ, ਬੜੇ ਸਿਗਨੀਫਿਕੈਂਟ ਡਿਫਰੈਂਸਿਸ ਹੈਗੇ। ਅੱਜ ਕੋਈ ਹਿੰਦੂਤਵਾ ਦੀ ਗੱਲ ਕਰਦਾ, ਉਹ ਕੇਰਲਾ ਦੇ ਬਾਰੇ ਗੱਲ ਕਰ ਰਹੇ ਸੀਗੇ, ਉਹਨਾਂ ਦਾ ਫੈਸਟੀਵਲ ਹੁੰਦਾ ਹੈਗਾ ਓਨਮ, ਅਤੇ ਅਮਿਤ ਸ਼ਾਹ ਨੇ ਕੋਈ ਸਟੇਟਮੈਂਟ ਦਿੱਤੀ ਸੀਗੀ। ਉੱਥੋਂ ਦਾ ਜਿਹੜਾ ਲੋਕਲ ਜਿਹੜਾ ਹੈਗਾ ਸੋਚਣ ਦਾ ਤਰੀਕਾ, ਉਹ ਬਿਲਕੁਲ ਵੱਖਰਾ ਹੈਗਾ। ਉਹਨਾਂ ਦੀ ਮਾਈਥੋਲੋਜੀ ਵੱਖਰੀ ਹੈਗੀ। ਉਸ ਮਾਈਥੋਲੋਜੀ ਨੂੰ ਇਹ ਦੂਜੇ ਤਰੀਕੇ ਇੰਟਰਪ੍ਰੇਟ ਕਰਨਾ ਚਾਹੁੰਦੇ, ਉਹ ਕਹਿੰਦੇ ਨਹੀਂ ਸਾਡਾ, ਅਸੀਂ ਉਸ ਤਰ੍ਹਾਂ ਦੇ ਹਿੰਦੂ ਹੈ ਹੀ ਨਹੀਂ ਗੇ, ਸੋ ਕੀਪ ਕੁਆਇਟ। ਸੋ ਹਿੰਦੂਇਜ਼ਮ ਉਸ ਤਰ੍ਹਾਂ ਦਾ ਕੋਈ ਡੈਮੋਗ੍ਰਾਫਿਕ ਰਿਲੀਜਨ ਨਹੀਂ ਹੈਗਾ। ਹਿੰਦੂਇਜ਼ਮ ਦੇ ਵਿੱਚ ਰਿਲੀਜੀਓਸਿਟੀ ਆ ਗਈ ਹੈ। ਹੁਣ ਹਿੰਦੂਇਜ਼ਮ ਇੱਕ ਰਿਐਲਿਟੀ ਵੀ ਬਣ ਰਹੀ ਆ, ਪਰ ਜਦੋਂ ਮਾਈਨੋਰਿਟੀ ਦਾ ਡਿਸਕੋਰਸ ਆਉਂਦਾ ਹੈਗਾ, ਉਹ ਉਸ ਫਾਰਮੇਸ਼ਨ ਨੂੰ ਹੋਰ ਵੀ ਜ਼ਿਆਦਾ ਸਟਰੈਂਗਥਨ ਕਰਦਾ। ਸੱਚਰ ਕਮੇਟੀ ਜਦੋਂ ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਸੀਗੀ, ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ ਸੀਗੀ ਕਿ ਹੁਣ ਸਾਨੂੰ ਬਣਾਉਣਾ ਚਾਹੀਦਾ ਇਕੁਅਲ ਅਪਰਚੁਨਿਟੀ ਕਮਿਸ਼ਨ। ਇਹ ਜਿਹੜਾ ਮਾਈਨੋਰਿਟੀ ਕਮਿਸ਼ਨ ਨੂੰ ਅਬੋਲਿਸ਼ ਕਰਕੇ ਬਣਨਾ ਸੀਗਾ ਉਹ, ਕਿਉਂਕਿ ਮਾਈਨੋਰਿਟੀ ਕਮਿਸ਼ਨ ਦੇ ਵਿੱਚ ਵੈਸਟਿਡ ਇੰਟਰਸਟ ਸੀਗੇ, SC ST ਕਮਿਸ਼ਨ ਦੇ ਵੈਸਟਿਡ ਇੰਟਰਸਟ ਸੀਗੇ। ਉਹ ਜਿਹੜੇ ਆਪਣੇ ਆਪ ਨੂੰ ਰੱਖਣਾ ਚਾਹੁੰਦੇ ਸੀ ਕਿ ਵੱਖਰਾ, ਉਹ ਜਿਹੜਾ ਇਕੁਅਲ ਅਪਰਚੁਨਿਟੀ ਕਮਿਸ਼ਨ ਦੇ ਵਾਸਤੇ ਇੱਕ ਗਰੁੱਪ ਵੀ ਬਣਿਆ ਸੀਗਾ। ਉਹਨਾਂ ਨੇ ਪ੍ਰਪੋਜ਼ਲ ਤਿਆਰ ਕੀਤਾ ਸੀਗਾ। ਪ੍ਰਪੋਜ਼ਲ ਅੱਜ ਵੀ ਵੈਬਸਾਈਟ 'ਤੇ ਹੋਣਾ ਹੈਗਾ ਕਿਧਰੇ। ਉਸ ਪ੍ਰਪੋਜ਼ਲ ਨੂੰ ਅੱਗੇ ਨਹੀਂ ਆਉਣ ਦਿੱਤਾ। ਇਕੁਅਲ ਅਪਰਚੁਨਿਟੀ ਕਮਿਸ਼ਨ ਦਾ ਬਿਲਕੁਲ ਏਜੰਡਾ, ਉਹ ਫਰੇਮਵਰਕ ਹੀ ਵੱਖਰਾ ਹੈਗਾ। ਅਤੇ ਸਿੱਖਾਂ ਦੇ ਵਾਸਤੇ ਜਿਹੜਾ ਹੈਗਾ, ਉਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈਗਾ ਕਿ ਅਸੀਂ ਵੀ ਡੋਂਟ ਵਾਂਟ ਟੂ ਗੈਟ ਟੂ ਦਿਸ ਟਰੈਪ ਆਫ ਮਾਈਨੋਰਿਟੀ ਮੈਜੋਰਿਟੀ। ਸਿੱਖਸ ਈਵਨ ਟੂਡੇ ਡੋਂਟ ਸੀ ਦੈਮਸੈਲਵਸ ਐਜ਼ ਅ ਮਾਈਨੋਰਿਟੀ ਗਰੁੱਪ। ਉਹਨਾਂ ਦੇ ਆਪਣੀ ਜਿਹੜੀ ਸੈਲਫ ਆਈਡੈਂਟੀਟੀ ਹੈਗੀ, ਉਹ ਕਿਸੇ ਨਾ ਕਿਸੇ ਹਿਸਾਬ ਨਾਲ ਅੱਜ ਵੀ ਆਪਣੇ ਆਪ ਨੂੰ ਇੱਕ ਕੌਨਫੀਡੈਂਟ ਐਂਡ ਪ੍ਰਾਊਡ ਕਮਿਊਨਿਟੀ ਸਮਝਦੇ ਹੈਗੇ। ਕਿਸੇ ਹਿਸਾਬ ਨਾਲ ਉਹ ਚੌਧਰ ਵੀ ਚਲੀ ਜਾਂਦੀ ਹੈ, ਅਤੇ ਫਿਰ ਤੁਸੀਂ ਆਪਣਾ ਜਿਹੜਾ ਲੋਕਲ ਡੋਮੀਨੇਸ਼ਨ ਵੀ ਚਲਾਉਂਦੇ ਹੋ ਦੂਜਿਆਂ 'ਤੇ। ਪੰਜਾਬ ਦੇ ਵਿੱਚ ਤੁਸੀਂ ਜਾਓ ਪਿੰਡ ਦੇ ਵਿੱਚ, ਉੱਥੇ ਤੁਸੀਂ ਕਹੋ ਭਈਆ ਮੈਜੋਰਿਟੀ ਹੈਗਾ ਅਤੇ ਜੱਟ ਤੁਹਾਡਾ ਜਿਹੜਾ ਸਰਦਾਰ ਹੈਗਾ ਉਹ ਮਾਈਨੋਰਿਟੀ ਹੈਗਾ, ਉਹ ਹੱਸਣਾ ਸ਼ੁਰੂ ਕਰ ਦੇਣਗੇ ਤੁਹਾਡੇ 'ਤੇ। ਇਹ ਕਿਹੜੀ ਗੱਲ ਹੋਈ ਹੈ? ਉਹ ਇੱਕ ਤਾਂ ਰੀਜਨਲ ਕੰਟੈਕਸਟ ਵੀ ਹੈਗਾ, ਰੀਜਨਲ ਕੰਸਨਟ੍ਰੇਸ਼ਨ ਵੀ ਹੈਗੀ। ਬਾਕੀ ਹੋਰ ਜਿਹੜੀ ਤੁਹਾਡੀ ਡਾਈਵਰਸਿਟੀ ਦੀ ਗੱਲ ਹੁੰਦੀ ਹੈ, ਮਲਟੀਕਲਚਰਲਿਜ਼ਮ ਦੀ ਗੱਲ ਹੁੰਦੀ ਹੈ, ਦੈਟ ਇਜ਼ ਆਲਸੋ ਨਾਟ ਅ ਫਰੇਮਵਰਕ ਦੈਟ ਵਿਲ ਟੇਕ ਅਸ ਵੈਰੀ ਫਾਰ। ਕਿਉਂਕਿ ਮਾਈਨੋਰਿਟੀ ਮੈਜੋਰਿਟੀ ਜਿਹੜੀ ਆਪਣੇ ਆਪ ਦੇ ਵਿੱਚ ਜਿਹੜੀ ਡਾਈਵਰਸਿਟੀ ਦੀ ਗੱਲ ਹੈਗੀ, ਉਹ ਵੀ ਕੋਈ ਇਤਨੀ ਸਿੰਪਲ ਗੱਲ ਨਹੀਂ ਹੈਗੀ। ਜਿਵੇਂ ਮਲਟੀਕਲਚਰਲਿਜ਼ਮ ਦੀ ਗੱਲ ਉਹ ਇੰਗਲੈਂਡ ਵਿੱਚ ਕਰਦੇ ਆ, ਵੀ ਕਾਂਟ ਟੇਕ ਕੇਅਰ ਆਫ ਆਰਸੈਲਵਸ। ਸਟੇਟ ਦੀ ਆਪਣੀ ਇੱਕ ਲੋੜ ਹੈਗੀ। ਸਟੇਟ ਹੈਜ਼ ਟੂ ਬੀ ਦੇਅਰ ਟੂ ਇਨਸ਼ੋਰ ਜਸਟਿਸ।
ਜਿਵੇਂ ਗੱਲਾਂ ਕੀਤੀਆਂ, ਉਹ ਲੀਗਲ ਇੱਕ ਸਿਸਟਮ ਹੈਗਾ, ਲੀਗਲ ਫਰੇਮਵਰਕ ਹੈਗਾ, ਜਿਹਦੇ ਨਾਲ ਅਸੀਂ ਇੱਕ ਦੂਜੇ ਦੇ ਨਾਲ ਇੰਟਰੈਕਟ ਕਰਨਾ ਹੈ। ਤੁਹਾਡੀਆਂ ਦੁਕਾਨਾਂ ਹੈਗੀਆਂ, ਬਿਜ਼ਨੈਸਿਸ ਹੈਗੇ, ਖੇਤੀਬਾੜੀ ਹੈਗੀ, ਕੰਮ ਕਰਨਾ, ਤੁਸੀਂ ਨੌਕਰੀਆਂ ਕਰਨੀਆਂ ਹੈਗੀਆਂ। ਵੀ ਕਾਂਟ ਸਟੇ ਅਲੋਨ। So those kinds of diversities are also of different kinds. There are also vertical diversities. ਤੇ ਉਹਦੇ ਵਿੱਚ ਜਿਹੜਾ ਸਾਡੇ ਵਾਸਤੇ ਮੇਰੀ ਜਿਹੜੀ ਫਾਈਨਲ ਗੱਲ ਹੈਗੀ, ਉਹ ਇਹ ਹੈਗੀ ਕਿ ਕਿਵੇਂ ਅਸੀਂ ਇੱਕ ਪੋਜ਼ਿਟਿਵ ਡਿਸਕੋਰਸ ਅੱਗੇ ਵਧਾਇਆ ਜਾਏ, ਜਿਹਦੀ ਗੱਲ ਆਲਰੇਡੀ ਵੱਖਰੇ ਤਰੀਕਿਆਂ ਦੇ ਵਿੱਚ ਸਾਰੇ ਵਕਤਾਵਾਂ ਨੇ ਕੀਤੀ ਹੈਗੀ, ਕਿ ਜਿਹੜੀ ਸਟਰਗਲ ਹੈਗੀ, ਦਿਸ ਸਟਰਗਲ ਹੈਜ਼ ਟੂ ਬੀ ਸਟਰਗਲ ਫॉर ਇੰਸਟੀਟਿਊਸ਼ਨਲਾਈਜੇਸ਼ਨ ਆਫ ਸਿਟੀਜ਼ਨਸ਼ਿਪ, ਕਿ ਹਰ ਨਾਗਰਿਕ ਜਿਹੜਾ ਇੰਡੀਆ ਦਾ ਨਾਗਰਿਕ ਬਣ ਗਿਆ ਹੈਗਾ, ਇੱਥੇ ਜੰਮਿਆ ਜਾਂ ਨਹੀਂ ਜੰਮਿਆ, ਇੱਕ ਵਾਰੀ ਤੁਸੀਂ ਨਾਗਰਿਕ ਬਣ ਗਏ ਤੇ ਅੱਜ ਦੇ ਜ਼ਮਾਨੇ ਦੇ ਵਿੱਚ ਈਵਨ ਤੁਸੀਂ ਨਾਗਰਿਕ ਨਹੀਂ ਵੀ ਹੋ, ਤੁਹਾਡੇ ਰਾਈਟਸ ਹੈਗੇ। ਜੇ ਮੈਂ ਅਮਰੀਕਾ ਚਲਾ ਜਾਵਾਂ, ਮੈਨੂੰ ਕੋਈ ਥੱਪੜ ਨਹੀਂ ਮਾਰ ਸਕਦਾ ਉੱਥੇ ਸੜਕ ਤੇ ਜਾਂਦੇ ਉਹਨੂੰ, ਇਹ ਨਹੀਂ ਕਹਿ ਸਕਦੇ ਕਿ ਤੂੰ ਤਾਂ ਅਮਰੀਕਨ ਹੈ ਹੀ ਨਹੀਂਗਾ। ਆਈ ਹੈਵ ਰਾਈਟਸ, ਰਾਈਟ, ਐਂਡ ਦ ਸਟੇਟ ਹੈਜ਼ ਰਿਸਪੌਂਸਿਬਿਲਿਟੀ ਟੂ ਪ੍ਰੋਵਾਈਡ ਪ੍ਰੋਟੈਕਸ਼ਨ। ਇਮੀਡੀਏਟਲੀ ਉੱਥੇ ਪੁਲਿਸ ਕੇਸ ਹੋਣਾ ਚਾਹੀਦਾ, ਇਮੀਡੀਏਟਲੀ ਉੱਥੇ ਅਰੈਸਟ ਹੋਣਾ ਚਾਹੀਦਾ। ਸਿਵਲਾਈਜ਼ ਸੋਸਾਇਟੀ ਦੀ ਜਿਹੜੀ ਗੱਲ ਹੁਣੇ ਕਰ ਰਹੇ ਸੀਗੇ, ਕਲਚਰਲ ਸੋਸਾਇਟੀ ਦੀ ਗੱਲ ਕਰ ਰਹੇ, ਡੈਮੋਕ੍ਰੈਟਿਕ ਸੋਸਾਇਟੀ ਦੀ ਗੱਲ ਕਰ ਰਹੇ ਸੀਗੇ, ਤੇ ਉਹਦੇ ਵਾਸਤੇ ਜਿਹੜਾ ਹੈਗਾ, ਵਨ ਹੈਜ਼ ਟੂ think about all kinds of vulnerabilities. ਜੇ ਸਾਨੂੰ ਮਾਰਕ ਕੀਤਾ ਜਾਂਦਾ ਐਜ਼ ਡੈਮੋਗ੍ਰਾਫਿਕ ਕਮਿਊਨਿਟੀ, we have to be aware about our vulnerabilities. We have to be aware about our being on the margin at some level, because reality is always evolving, politics is always evolving, and it is in that context, even though one has to speak the language of citizenship, one has to think about country as a whole, people as a whole, India as a whole. I think there is place and there is need for ਆਰਗੇਨਾਈਜੇਸ਼ਨ ਲਾਈਕ ਸਿੱਖ ਫੋਰਮ। ਸਿੱਖ ਫੋਰਮ ਬਣਾਉਣ ਦਾ ਇਹ ਮਤਲਬ ਨਹੀਂ ਕਿ ਅਸੀਂ ਕਮਿਊਨਲਾਈਜ਼ ਕਰ ਰਹੇ ਹਾਂ। ਸਿੱਖ ਫੋਰਮ ਬਣਾਉਣ ਦਾ ਮਤਲਬ ਇਹ ਵੀ ਹੈਗਾ ਕਿ ਇੱਕ ਕਮਿਊਨਿਟੀ ਦੇ ਜਿਹੜੇ ਆਪਣੇ ਫੈਲਟ ਰਿਕੁਆਇਰਮੈਂਟਸ ਹੈਗੀਆਂ, ਉਸ ਨੂੰ ਆਰਟੀਕੂਲੇਟ ਕਰਨ ਵਾਸਤੇ ਹੋਣਾ ਚਾਹੀਦਾ। ਐਜ਼ ਲੌਂਗ ਐਜ਼ ਆਰਗੇਨਾਈਜੇਸ਼ਨ ਐਂਡ ਐਸੋਸੀਏਸ਼ਨ ਇਜ਼ ਨਾਟ ਸਪਰੈਡਿੰਗ ਹਿਟਰੇਡ, ਜਿੰਨੀਆਂ ਜ਼ਿਆਦਾ ਸਿਟੀਜ਼ਨਸ ਦੀਆਂ ਆਰਗੇਨਾਈਜੇਸ਼ਨਸ ਹੋਣਗੀਆਂ, ਡੈਮੋਕ੍ਰੇਸੀ ਉਨੀ ਜ਼ਿਆਦਾ ਸਟਰੋਂਗ ਹੋਏਗੀ। ਉਹ ਭਾਵੇਂ ਸਿੱਖਾਂ ਦੇ ਜੋਕਸ ਦੀ ਗੱਲ ਹੋਵੇ, ਭਾਵੇਂ ਸਾਡੇ ਆਪਣੇ ਇੰਟਰਨਲ ਰਿਫਾਰਮਸ ਦੀ ਗੱਲ ਹੋਵੇ, ਭਾਵੇਂ ਉਹ ਡਾਊਰੀ ਸਿਸਟਮ ਹੋਏ, ਜਾਂ ਸਿੱਖਾਂ ਦੇ ਆਪਣੇ ਜਿਹੜੇ ਇਸ਼ੂਜ਼ ਹੈਗੇ ਉਹਨਾਂ ਦੇ ਬਾਰੇ ਡਿਸਕਸ ਕਰਨਾ ਸਿੱਖ ਫੋਰਮ ਦੇ ਵਾਸਤੇ ਬੜਾ ਜ਼ਰੂਰੀ ਹੈਗਾ। ਬਾਹਰ ਵੀ ਰਿਲੇਟ ਕਰਨਾ ਜ਼ਰੂਰੀ ਹੈਗਾ। ਤੇ ਇਸ ਵਾਸਤੇ ਜਿਹੜੇ ਸਿਟੀਜ਼ਨਸ਼ਿਪ ਦਾ ਜਿਹੜਾ ਲਾਰਜੈਸਟ ਸਟਰਗਲ ਹੈਗੀ, ਹਿੰਦੁਸਤਾਨ ਨੂੰ ਕਿਵੇਂ ਇੱਕ ਡੈਮੋਕ੍ਰੈਟਿਕ ਕੰਟਰੀ ਬਣਾਇਆ ਜਾਏ, ਤੇ ਇਸ ਪੋਲੀਟੀਕਲ ਇਸਟੈਬਲਿਸ਼ਮੈਂਟ ਕੋਲੋਂ ਜਸਟਿਸ ਮੰਗਣਾ ਪਏਗਾ ਸਾਨੂੰ ਫਾਰਮਲੀ, ਬਟ ਸਾਨੂੰ ਵੀ ਪਤਾ ਕੁਝ ਮਿਲਣਾ ਮਿਲਾਣਾ ਨਹੀਂ ਹੈਗਾ। ਥੋੜ੍ਹਾ ਬਹੁਤਾ ਮਿਲ ਸਿੰਬੋਲੀਕਲੀ ਮਿਲ ਵੀ ਗਿਆ ਤਾਂ ਬੜੀ ਵੱਡੀ ਗੱਲ ਹੈ, ਬੜੀ ਚੰਗੀ ਗੱਲ ਹੈ। ਤੇ ਉਹ ਇੱਕ ਆਪਣੇ ਆਪ ਵਿੱਚ ਲੰਬੀ ਸਟਰਗਲ ਦਾ ਹਿੱਸਾ ਹੋਏਗਾ, ਉਹ ਆਪਣੇ ਆਪ ਵਿੱਚ ਕੋਈ ਸੋਲੂਸ਼ਨ ਨਹੀਂ ਹੋਣਾ। ਵੀ ਆਰ ਹੋਪਿੰਗ ਕਿ ਹੋ ਸਕਦਾ 5 ਸਾਲਾਂ ਦੇ ਵਿੱਚ, 10 ਸਾਲਾਂ ਦੇ, 20 ਸਾਲਾਂ ਦੇ ਵਿੱਚ ਇੱਕ ਨਵੀਂ ਪੋਲੀਟੀਕਲ ਲੀਡਰਸ਼ਿਪ ਇਵੋਲਵ ਹੋਏਗੀ, ਕਿਉਂਕਿ ਇੰਡੀਆ ਦੇ ਵਿੱਚ ਕਾਫੀ ਰੈਸਟਲੈਸਨੈਸ ਹੈਗੀ ਲੋਕਾਂ ਦੇ ਵਿੱਚ। ਅਸੀਂ ਦੇਖਿਆ ਦਿੱਲੀ ਦੇ ਵਿੱਚ ਕਿਵੇਂ ਆਪ ਇਮਰਜ ਹੋਈ, ਹੋਰ ਜਗ੍ਹਾ 'ਤੇ ਵੀ ਲੋਕਲ ਲੈਵਲ ਦੀ ਪੋਲੀਟਿਕਸ ਇਮਰਜ ਹੋਏਗੀ। ਅਸੀਂ ਉਸੇ ਆਸ ਦੇ ਨਾਲ ਉਸ ਪ੍ਰੋਸੈਸ ਦੇ ਵਿੱਚ ਅਸੀਂ ਕਿਵੇਂ ਕੰਟਰੀਬਿਊਟ ਕਰਨਾ ਹੈਗਾ, ਇਹਦੇ ਬਾਰੇ ਸਾਨੂੰ ਸੋਚਦੇ ਰਹਿਣਾ ਪੈਣਾ। ਥੈਂਕ ਯੂ ਵੈਰੀ ਮਚ ਵਾਂਸ ਅਗੇਨ। Thank you, Professor Jyotka. I think it was a very enlightening discussion, and I don't find the need to sum up. I think everything was said with a great deal of clarity, and also there is paucity of time, so I conclude my role here, and over to the chair, Mr. Pushpinder Singh. Manna payega, we are a minority with majority complex. So thank you very much for bringing that out. It's in deep, it's just skin deep. Hanji, thank you very much. We planned this ke 8 baje tak we will conclude, and I think Harminder has been very perfect timekeeper. So I'm the last to continue to violate our own time thing. The last thing is ke asi socha we must conclude with some sort of plan, and the plan is in the form of a resolution, which I will read out, and it will be in English because I don't think Mr. Modi understands Punjabi. So the proposed resolution, which we will with your support sort of formulate and send to the Prime Minister of India the next day. And I read it. It is 32 years after over 3,000 innocent citizens of India were massacred, women savaged, property worth hundreds of crores destroyed in the national capital region of Delhi, also in Kanpur, Bokaro, Raipur and other parts of the country. The Sikh Forum, a national and apolitical body, met at New Delhi on 1st November to recollect this national shame, observing 2 minutes of silence and praying for the victims.
Compounding the terrible agony is that there has been little collective remorse or justice for the victims and their families, and this continues 3 decades later. In any civilized society, mass murder of citizens evokes sincere regret, mourning, and resolute action for justice. The Sikh Forum, which is a nationalist and apolitical body, observed the 32nd anniversary of November 1984 carnage at the India International Centre on 1st November 2016. The large gathering of intellectuals and law-abiding citizens unanimously passed 2 resolutions addressed to the Honourable Prime Minister of India. The first, the Special Investigation Team, already ordered, must complete the investigations in time-bound framework for the delivery of justice. The second, which is symbolic but important, that Parliament of India should observe a 2-minute silence every year to mourn the heinous murder of over 3,000 Sikh citizens during the period 1st to the 3rd November 1984. Adoption of these as resolutions would somewhat assuage the hurt feelings of Indian society, not only Sikh society. So I take it, by a show of hands, we agree. Thank you. I have a request. Before the request, Harinder, and we also request your participation on the forthcoming candlelight march on the 5th of November at India Gate at 6 p.m. Please come, light a candle. I wanted to mention here 2 things. One is that for all this 32 years, this has been the promise of the BJP. And in almost in every manifesto, you have put it that the guilty would be punished. That is one. Number 2, as far as the SIT is concerned, along with that, also add up this case of Jagdish Titler, which is pending investigation with the CBI. And in spite of the repeated orders of the court, the investigation is still going on. That's what I propose. We're coming to the close now, and it's a vote of thanks for our honorable panelists and the august audience who is here, who waited for more than 2 hours. Really, thank you very much for your support and the presence here. We also thank the media which has come to cover this event, ISA for the facility being offered to us. Now, outside we have some publication. The last year had the genocide, it's available. There is another booklet which was published by Dr. Narang, Revenge of Politics, is available. You can pick it up there if you want to have it. There's another small booklet on the 2 judgments by Justice Anil Dev Singh and Justice Dhingra. I have limited copies. You can, all those who are interested, they can kindly pick it up on the way. The other thing is there is a always ongoing membership drive for the Sikh Forum. All those who are not the member, they are welcome to become a member. There's a form available. Kindly pick it up. You can become a regular member or a life member. And the best of the part is we have an arm wing of Sikh Forum, the Citizen Relief Rehabilitation Education Fund. Any donation given to that comes under the ATG tax benefit. You can avail of that, all those who want to do it. We have seen the children who have been taken care of. We propose to improve on this further because the children are not going. They're going for technical courses, some diploma and some degree. We certainly like to give them more amount so that financially they are capable of pursuing their career. So any donation you'd like to give, you're welcome. Last point, but not the least, is 31st October, a movie made by Harry Sachdeva, he's luckily here. Now, this movie probably, I understand, has been taken out after 1 week. I'd just like to add a word on this. We had seen this picture about a year back with Mr. Fulka, Mr. Kulmohan Singh, when they were just in the process of almost making it. It's a very good movie. It has been taken off. For what reason, I don't know. He's been very kind enough to offer that 100%, he'd like to show a movie, special movie for the person who would like to come. It's a Mahadev Auditorium, very close to the Bangla Sahib Gurdwara. To all those who want to come watch the movie, kindly let us know. You can tell the Sikh Forum or tell right now itself, we can fix up a date with him and inform you accordingly by mail. Thank you very much once again for being here and supporting for the cause. Thanks a lot.